ਰਸੂਲਾਂ ਦੇ ਕਰਤੱਵ ਦੀ ਪੁਸਤਕ। ਪਹਿਲੀ ਵੀਡੀਓ ਵਿੱਚ ਅਸੀਂ ਵੇਖਿਆ ਲੂਕਾ ਪੁਸਤਕ ਦਾ ਆਰੰਭ ਇਹ ਦਿਖਾਉਂਦੇ ਹੋਏ ਕਰਦਾ ਹੈ ਕਿਵੇਂ ਮੌਤ ਤੋਂ ਜੀ ਉੱਠਿਆ ਯਿਸੂ ਜਗਤ ਦੇ ਪਾਤਸ਼ਾਹ ਵਜੋਂ ਉੱਚਾ ਕੀਤਾ ਗਿਆ ਸੀ। ਉਸਨੇ ਪਵਿੱਤਰ ਆਤਮਾ ਨੂੰ ਆਪਣੀ ਵਿਅਕਤੀਗਤ ਹਜ਼ੂਰੀ ਵਜੋਂ ਭੇਜਣ ਦਾ ਵਾਅਦਾ ਕੀਤਾ ਤਾਂ ਜੋ ਆਪਣੇ ਚੇਲਿਆਂ ਨੂੰ ਸ਼ਕਤੀ ਦੇਵੇ ਕਿ ਉਹ ਜਗਤ ਵਿੱਚ ਜਾਣ ਅਤੇ ਉਸ ਦੇ ਰਾਜ ਬਾਰੇ ਖੁਸ਼ਖਬਰੀ ਦੀ ਗਵਾਹੀ ਦੇਣ ਜਦ ਤੱਕ ਉਹ ਵਾਪਸ ਨਹੀਂ ਆਉਂਦਾ। ਅਤੇ ਇਸ ਪ੍ਰਕਾਰ ਪਵਿੱਤਰ ਆਤਮਾ ਦੀ ਆਮਦ ਨਾਲ ਯਰੂਸ਼ਲਮ ਵਿੱਚ ਇਹ ਲਹਿਰ ਸ਼ੁਰੂ ਹੋਈ ਅਤੇ ਪਵਿੱਤਰ ਸ਼ਾਸਤਰ ਵਿੱਚ ਨਬੀਆਂ ਦੇ ਵਾਅਦਿਆਂ ਅਨੁਸਾਰ ਯਿਸੂ ਦੇ ਪੈਰੋਕਾਰਾਂ ਨੂੰ ਨਵੀਂ ਹੈਕਲ ਬਣਾ ਦਿੱਤਾ। ਪਰ ਇਸ ਨਾਲ ਯਰੂਸ਼ਲਮ ਦੇ ਆਗੂਆਂ ਨਾਲ ਮਤਭੇਦ ਪੈਦਾ ਹੋ ਗਏ ਅਤੇ ਇਸ ਲਈ ਇਹ ਮਸੀਹਾਂ ਦੇ ਸਤਾਅ ਦਾ ਕਾਰਨ ਬਣਿਆ। ਪਰ ਪਵਿੱਤਰ ਆਤਮਾ ਨੇ ਇਸ ਨੂੰ ਭਲਾਈ ਵਿੱਚ ਬਦਲ ਦਿੱਤਾ। ਅਸਲ ਵਿੱਚ ਉਹ ਜ਼ਰੀਆ ਬਣਿਆ ਜਿਸ ਦੇ ਦੁਆਰਾ ਮੂਲ ਯਹੂਦੀ ਯਿਸੂ ਭਾਈਚਾਰੇ ਨੂੰ ਯਰੂਸ਼ਲਮ ਤੋਂ ਬਾਹਰ ਧੱਕਿਆ ਗਿਆ, ਜੋ ਇੱਕ ਬਹੁ-ਨਸਲੀ ਅੰਤਰਰਾਸ਼ਟਰੀ ਲਹਿਰ ਬਣ ਗਿਆ। ਅਤੇ ਇਸ ਵਿਭਿੰਨ ਯਿਸੂ ਲਹਿਰ ਦੀ ਮੁੱਖ ਕਲੀਸਿਆ ਰੋਮੀ ਸਾਮਰਾਜ ਦੇ ਸਭ ਤੋਂ ਵੱਡੇ ਸ਼ਹਿਰ ਅੰਤਾਕਿਆ ਵਿੱਚ ਸੀ। ਅਸੀਂ ਬਰਨਬਾਸ ਅਤੇ ਪੌਲਸ ਨੂੰ ਅੰਤਾਕਿਆ ਦੀ ਕਲੀਸਿਆ ਵਿੱਚ ਸੇਵਾ ਕਰਨ ਦੀ ਇਸ ਕਹਾਣੀ ਨੂੰ ਇੱਥੇ ਛੱਡਿਆ ਸੀ। ਇੱਥੇ ਪਵਿੱਤਰ ਆਤਮਾ ਨੇ ਕਲੀਸਿਆ ਨੂੰ ਉਹਨਾਂ ਨੂੰ ਮਿਸ਼ਨਰੀ ਯਾਤਰਾ ਤੇ ਭੇਜਣ ਲਈ ਪ੍ਰੇਰਿਤ ਕੀਤਾ, ਜੋ ਪੁਸਤਕ ਦੇ ਇੱਕ ਪੂਰੇ ਨਵੇਂ ਭਾਗ ਦਾ ਆਰੰਭ ਕਰਦਾ ਹੈ। ਉਹ ਕਹਾਣੀਆਂ ਜਿਨ੍ਹਾਂ ਵਿੱਚ ਪੌਲਸ ਅਤੇ ਉਸ ਦੇ ਸਹਿਕਰਮੀ ਰੋਮੀ ਸਾਮਰਾਜ ਦੇ ਆਲੇ-ਦੁਆਲੇ ਦੇ ਵੱਖ-ਵੱਖ ਸ਼ਹਿਰਾਂ ਦੀ ਯਾਤਰਾ ਕਰਦੇ ਹੋਏ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਨ ਕਿ ਯਿਸੂ ਰਾਜਾ ਹੈ। ਪਹਿਲਾ ਮਿਸ਼ਨ ਉਹ ਜਗ੍ਹਾ ਦੇ ਅੰਦਰੂਨੀ ਹਿੱਸੇ ਵਿੱਚ ਹੈ ਜਿਸ ਨੂੰ ਏਸ਼ੀਆ ਆਖਿਆ ਜਾਂਦਾ ਹੈ, ਜੋ ਕਿ ਅੱਜ ਦੇ ਸਮੇਂ ਤੁਰਕੀ ਵਿੱਚ ਹੈ, ਅਤੇ ਇਹ ਯਰੂਸ਼ਲਮ ਵਿੱਚ ਰਸੂਲਾਂ ਦੀ ਇੱਕ ਮਹੱਤਵਪੂਰਨ ਸਭਾ ਤੋਂ ਬਾਅਦ ਸਮਾਪਤ ਹੋਇਆ। ਦੂਜਾ ਮਿਸ਼ਨ ਏਸ਼ੀਆ ਤੋਂ ਹੁੰਦਾ ਹੋਇਆ ਫਿਰ ਪ੍ਰਾਚੀਨ ਯੂਨਾਨ ਦੇ ਵੱਲ ਹੈ, ਅਤੇ ਫਿਰ ਤੀਸਰਾ ਮਿਸ਼ਨ ਦੁਬਾਰਾ ਉਸੇ ਖੇਤਰ ਦੁਆਰਾ ਹੁੰਦਾ ਹੈ ਅਤੇ ਇਹ ਪੌਲਸ ਦੀ ਯਰੂਸ਼ਲਮ ਨੂੰ ਵਾਪਸ ਜਾਣ ਦੀ ਯਾਤਰਾ ਨਾਲ ਸਮਾਪਤ ਹੁੰਦਾ ਹੈ। ਹੁਣ ਇਹਨਾਂ ਸਾਰੀਆਂ ਕਹਾਣੀਆਂ ਨੂੰ ਸੁਣਾਉਂਦਿਆਂ ਲੂਕਾ ਨੇ ਕਈ ਮਹੱਤਵਪੂਰਨ ਵਿਸ਼ਿਆਂ ਨੂੰ ਦੁਹਰਾਉਂਦਿਆਂ ਹੋਇਆ ਉਜਾਗਰ ਕੀਤਾ। ਪਹਿਲਾ ਮਿਸ਼ਨ ਇਸਰਾਏਲ ਲਈ ਹੈ ਜੋ ਲਗਾਤਾਰ ਚੱਲਦਾ ਹੈ। ਜਦੋਂ ਵੀ ਪੌਲਸ ਕਿਸੇ ਨਵੇਂ ਸ਼ਹਿਰ ਵਿੱਚ ਜਾਂਦਾ ਸੀ, ਉਹ ਸਭ ਤੋਂ ਪਹਿਲਾਂ ਯਹੂਦੀਆਂ ਦੇ ਪ੍ਰਾਰਥਨਾ ਘਰਾਂ ਵਿੱਚ ਜਾ ਕੇ ਜੀ ਉੱਠੇ ਯਿਸੂ ਬਾਰੇ ਪ੍ਰਚਾਰ ਕਰਦਾ ਅਤੇ ਦੱਸਦਾ ਹੈ ਕਿ ਕਿਵੇਂ ਉਹ ਪਰਮੇਸ਼ਵਰ ਦਾ ਇੱਕ ਨਵਾਂ ਬਹੁਜਾਤੀ ਪਰਿਵਾਰ ਬਣਾ ਰਿਹਾ ਹੈ। ਅਕਸਰ ਬਹੁਤ ਸਾਰੇ ਲੋਕ ਯਿਸੂ ਨੂੰ ਮਸੀਹਾ ਵਜੋਂ ਪਛਾਣਨ ਲੱਗ ਪਏ, ਪਰ ਕੁਝ ਪੌਲਸ ਦਾ ਵਿਰੋਧ ਕਰਦੇ ਹਨ। ਕਈ ਵਾਰ ਉਹ ਉਸ ਨੂੰ ਇੱਕ ਬਾਗੀ ਵਜੋਂ ਸ਼ਹਿਰ ਤੋਂ ਬਾਹਰ ਕੱਢ ਦਿੰਦੇ ਹਨ ਅਤੇ ਇਹ ਦੋਸ਼ ਲਗਾਉਂਦੇ ਹਨ ਕਿ ਉਹ ਤੁਰੇਤ ਅਤੇ ਯਹੂਦੀ ਪਰੰਪਰਾ ਦਾ ਵਿਰੋਧ ਕਰਦਾ ਹੈ। ਅਤੇ ਇਹ ਤਣਾਅ ਪਹਿਲੀ ਯਾਤਰਾ ਤੋਂ ਬਾਅਦ ਖਤਮ ਹੁੰਦੇ ਹੋਏ ਯਰੂਸ਼ਲਮ ਦੀ ਇੱਕ ਮਹੱਤਵਪੂਰਨ ਸਭਾ ਵੱਲ ਜਾਂਦਾ ਹੈ। ਪੌਲਸ ਨੂੰ ਪਤਾ ਲੱਗਦਾ ਹੈ ਕਿ ਅੰਤਾਕਿਆ ਵਿੱਚ ਕੁਝ ਯਹੂਦੀ ਮਸੀਹੀ ਹਨ ਜੋ ਦਾਅਵਾ ਕਰ ਰਹੇ ਹਨ ਕਿ ਜਦੋਂ ਤੱਕ ਗੈਰ ਯਹੂਦੀ ਲੋਕ ਸੁੰਨਤ, ਸਬਤ ਦੇ ਦਿਨ ਅਤੇ ਭੋਜਨ ਦੀਆਂ ਰੀਤਾਂ ਦੀ ਪਾਲਣਾ ਕਰਕੇ ਯਹੂਦੀ ਨਹੀਂ ਬਣ ਜਾਂਦੇ, ਉਹ ਯਿਸੂ ਦੇ ਪਰਿਵਾਰ ਦਾ ਹਿੱਸਾ ਨਹੀਂ ਬਣ ਸਕਦੇ। ਪਰ ਪੌਲਸ ਅਤੇ ਬਰਨਬਾਸ ਪੂਰੀ ਤਰ੍ਹਾਂ ਨਾਲ ਅਸਹਿਮਤ ਸਨ। ਇਸ ਲਈ ਉਹ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਯਰੂਸ਼ਲਮ ਦੀ ਮਹਾਸਭਾ ਕੋਲ ਜਾਂਦੇ ਹਨ। ਉੱਥੇ ਪਤਰਸ, ਪੌਲਸ ਅਤੇ ਯਿਸੂ ਦਾ ਭਰਾ ਯਾਕੂਬ ਸਾਰੇ ਵਚਨਾਂ ਅਤੇ ਉਹਨਾਂ ਦੇ ਤਜਰਬੇ ਤੋਂ ਦਿਖਾਉਂਦੇ ਹਨ ਕਿ ਪਰਮੇਸ਼ਵਰ ਦੀ ਯੋਜਨਾ ਹਮੇਸ਼ਾ ਕੌਮਾਂ ਨੂੰ ਆਪਣੇ ਨੇਮ ਦੇ ਲੋਕਾਂ ਵਿੱਚ ਸ਼ਾਮਿਲ ਕਰਨਾ ਸੀ। ਇਸ ਲਈ ਉਹਨਾਂ ਨੇ ਇੱਕ ਪੱਤਰ ਲਿਖਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਗੈਰ ਯਹੂਦੀ ਮਸੀਹਾਂ ਨੂੰ ਹੈਕਲ ਦੇ ਚੜਾਵੇ ਅਤੇ ਬਲੀਦਾਨਾਂ ਦੀਆਂ ਰੀਤੀਆਂ ਵਿੱਚ ਹਿੱਸਾ ਨਾ ਲੈਣ, ਪਰ ਉਹਨਾਂ ਨੂੰ ਇਹ ਨਹੀਂ ਚਾਹੀਦਾ ਕਿ ਉਹ ਜਾਤੀਗਤ ਤੌਰ ਤੇ ਯਹੂਦੀ ਪਹਿਚਾਣ ਅਪਣਾਉਣ ਜਾਂ ਤੁਰੇਤ ਦੇ ਕਾਨੂੰਨਾਂ ਦੀ ਪਾਲਣਾ ਕਰਨ। ਹੁਣ ਇਹ ਫੈਸਲਾ ਯਿਸੂ ਦੇ ਅੰਦੋਲਨ ਦੇ ਇਤਿਹਾਸ ਲਈ ਬਹੁਤ ਅਨੋਖਾ ਸੀ। ਯਿਸੂ ਇੱਕ ਯਹੂਦੀ ਮਸੀਹੀ ਹੈ, ਪਰ ਉਹ ਸਾਰੀਆਂ ਕੌਮਾਂ ਦਾ ਜੀ ਉੱਠਿਆ ਰਾਜਾ ਵੀ ਹੈ, ਅਤੇ ਇਸ ਲਈ ਉਸ ਦੇ ਲੋਕਾਂ ਵਿੱਚ ਸ਼ਾਮਿਲ ਹੋਣ ਦੀ ਯੋਗਤਾ ਜਾਤੀਗਤ ਪਹਿਚਾਣ ਜਾਂ ਤੁਰੇਤ ਦੇ ਨਿਯਮਾਂ ਦੀ ਪਾਲਣਾ ਤੇ ਆਧਾਰਿਤ ਨਹੀਂ ਹੈ। ਇਹ ਸਿਰਫ ਯਿਸੂ ਤੇ ਭਰੋਸਾ ਕਰਨ ਅਤੇ ਫਿਰ ਉਸ ਦੇ ਉਪਦੇਸ਼ਾਂ ਦੀ ਪਾਲਣਾ ਕਰਨ ਤੇ ਆਧਾਰਿਤ ਹੈ। ਅਤੇ ਯਿਸੂ ਦੀ ਇਹ ਲਹਿਰ ਬਹੁ-ਨਸਲੀ ਹਕੀਕਤ ਹੈ ਜੋ ਸਾਨੂੰ ਅਗਲੇ ਵਿਸ਼ੇ ਵੱਲ ਲੈ ਜਾਂਦੀ ਹੈ। ਲੂਕਾ ਚਾਹੁੰਦਾ ਹੈ ਕਿ ਅਸੀਂ ਮਿਸ਼ਨਰੀ ਯਾਤਰਾਵਾਂ ਵਿੱਚ ਵੇਖੀਏ, ਅਰਥਾਤ ਮੁੱਢਲੇ ਮਸੀਹੀਆਂ ਅਤੇ ਯੂਨਾਨ ਅਤੇ ਰੋਮੀ ਸੰਸਾਰ ਦੇ ਵਿਚਕਾਰ ਸੱਭਿਆਚਾਰ ਦਾ ਟਕਰਾਅ। ਲੂਕਾ ਫਿਲਿੱਪੇ, ਅਥੇਨੇ ਅਤੇ ਅਫਸੁਸ ਵਿੱਚ ਕਈ ਝੜਪਾਂ ਨੂੰ ਦਰਜ ਕਰਦਾ ਹੈ। ਪੌਲਸ ਜਾ ਕੇ ਯਿਸੂ ਨੂੰ ਇੱਕ ਸੱਚੇ ਪਰਮੇਸ਼ਵਰ ਦਾ ਪ੍ਰਗਟ ਰੂਪ ਅਤੇ ਜਗਤ ਦੇ ਪਾਤਸ਼ਾਹ ਵਜੋਂ ਘੋਸ਼ਿਤ ਕਰਦਾ ਹੈ, ਜੋ ਹੋਰ ਸਾਰੇ ਦੇਵਤਿਆਂ ਅਤੇ ਮੂਰਤੀਆਂ ਨੂੰ ਸ਼ਕਤੀਹੀਨ ਅਤੇ ਵਿਅਰਥ ਦੱਸਦਾ ਹੈ। ਉਸ ਦੇ ਸੰਦੇਸ਼ ਨੂੰ ਨਿਰੰਤਰ ਰੋਮੀ ਜੀਵਨ ਸ਼ੈਲੀ ਦੇ ਵਿਰੋਧਾਭਾਸ ਵਿੱਚ ਦੇਖਿਆ ਜਾਂਦਾ ਹੈ ਅਤੇ ਉਸ ਦੇ ਇੱਕ ਵਿਦਰੋਹੀ ਸਮਾਜਿਕ ਇਨਕਲਾਬੀ ਹੋਣ ਦਾ ਦੋਸ਼ ਲੱਗ ਜਾਂਦਾ ਹੈ। ਇਹ ਕਹਾਣੀਆਂ ਦਰਸਾਉਂਦੀਆਂ ਹਨ ਕਿ ਕਿਸ ਤਰ੍ਹਾਂ ਬਹੁਜਾਤੀ ਏਕਾਧਿਕਾਰਵਾਦੀ ਯਿਸੂ ਸਮਾਜ ਰੋਮੀ ਲੋਕਾਂ ਦੇ ਜਾਣੇ ਪਛਾਣੇ ਕਿਸੇ ਵੀ ਸੱਭਿਆਚਾਰਕ ਸ਼ੈਲੀ ਨਾਲ ਮੇਲ ਨਹੀਂ ਖਾਂਦੇ ਸਨ। ਪ੍ਰਾਚੀਨ ਸੰਸਾਰ ਨੇ ਉਹਨਾਂ ਵਰਗਾ ਕੁਝ ਕਦੇ ਨਹੀਂ ਵੇਖਿਆ ਸੀ ਅਤੇ ਮਸੀਹੀਆਂ ਨੇ ਸ਼ੱਕ ਨਾਲੋਂ ਵੱਧ ਕੇ ਹੋਰ ਕਈ ਧਾਰਨਾਵਾਂ ਨੂੰ ਜਗਾਇਆ। ਲੂਕਾ ਨੇ ਇੱਕ ਵਿਸ਼ਾ ਹੋਰ ਦੁਹਰਾਇਆ ਕਿ ਕਿਵੇਂ ਪੌਲਸ ਅਤੇ ਮਸੀਹੀਆਂ ਉੱਤੇ ਰੋਮ ਦੇ ਰਾਜਾ ਕੈਸਰ ਵਿਰੁੱਧ ਬਗਾਵਤ, ਇੱਥੋਂ ਤੱਕ ਕਿ ਦੇਸ਼ ਦਰੋਹ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਲੂਕਾ ਨੇ ਪੌਲਸ ਨੂੰ ਸਹੀ ਤਰ੍ਹਾਂ ਸੁਣਿਆ।
ਉਹ ਐਲਾਨ ਕਰ ਰਿਹਾ ਸੀ ਕਿ ਇੱਕ ਹੋਰ ਰਾਜਾ ਹੈ, ਅਰਥਾਤ ਯਿਸੂ, ਅਤੇ ਉਹਨਾਂ ਨੇ ਇਹ ਵੀ ਉਚਿਤ ਢੰਗ ਨਾਲ ਵੇਖਿਆ ਕਿ ਮਸੀਹੀ ਜੀਵਨ ਸ਼ੈਲੀ ਕਈ ਰੋਮੀ ਸੱਭਿਆਚਾਰਕ ਕਦਰਾਂ ਕੀਮਤਾਂ ਲਈ ਚੁਣੌਤੀ ਸੀ। ਪਰ ਹਰ ਵਾਰ ਜਦੋਂ ਪੌਲੁਸ ਨੂੰ ਰੋਮ ਦੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਕਿਸੇ ਖਤਰੇ ਨੂੰ ਨਾ ਵੇਖਦੇ ਹੋਏ ਉਹਨਾਂ ਨੂੰ ਰਿਹਾ ਕਰ ਦਿੰਦੇ ਹਨ। ਇਹ ਕਹਾਣੀਆਂ ਸਾਨੂੰ ਉਸ ਵਿਰੋਧਾਭਾਸ ਨੂੰ ਦਰਸਾਉਂਦੀਆਂ ਹਨ ਜੋ ਮੁੱਢਲੀ ਕਲੀਸਿਆ ਨੇ ਸੰਸਾਰ ਅੱਗੇ ਪੇਸ਼ ਕੀਤਾ। ਇਹ ਇੱਕ ਯਹੂਦੀ ਮਸੀਹੀ ਲਹਿਰ ਸੀ, ਪਰ ਇਹ ਨਸਲੀ ਤੌਰ ਤੇ ਵਿਭਿੰਨ ਸੀ। ਅਜਿਹੇ ਸਮਾਜ ਨਾਲ ਭਰੀ ਹੋਈ ਜਿੱਥੇ ਮਰਦਾਂ ਅਤੇ ਔਰਤਾਂ, ਅਮੀਰ ਅਤੇ ਗਰੀਬ, ਗੁਲਾਮ ਅਤੇ ਆਜ਼ਾਦ ਸਭ ਦੇ ਨਾਲ ਇੱਕੋ ਜਿਹਾ ਵਰਤਾਵ ਕੀਤਾ ਜਾਂਦਾ ਸੀ। ਅਤੇ ਉਹਨਾਂ ਸਭਨਾਂ ਨੇ ਰਾਜੇ ਯਿਸੂ ਤੋਂ ਇਲਾਵਾ ਕਿਸੇ ਹੋਰ ਰਾਜੇ ਜਾਂ ਦੇਵਤੇ ਨੂੰ ਆਪਣੀ ਵਿਸ਼ਵਾਸਯੋਗਤਾ ਨਹੀਂ ਦਿੱਤੀ, ਅਤੇ ਇਸ ਲਈ ਉਹਨਾਂ ਦੀ ਹੋਂਦ ਨੇ ਰੋਮੀ ਸੱਭਿਆਚਾਰ ਦੇ ਮੁੱਢਲੀਆਂ ਕਦਰਾਂ ਕੀਮਤਾਂ ਨੂੰ ਉਥਲ-ਪੁਥਲ ਕਰ ਦਿੱਤਾ। ਪਰ ਮਸੀਹੀਆਂ ਤੋਂ ਕੋਈ ਸੈਨਿਕ ਖਤਰਾ ਨਹੀਂ ਸੀ, ਕਿਉਂਕਿ ਯਿਸੂ ਨੇ ਉਹਨਾਂ ਨੂੰ ਮੇਲ ਮਿਲਾਪ ਦੇ ਲੋਕ ਬਣਨਾ ਸਿਖਾਇਆ ਸੀ। ਅਤੇ ਇਸ ਲਈ ਪੌਲੁਸ ਅਤੇ ਮਸੀਹੀਆਂ ਉੱਤੇ ਇੱਕੋ ਜਿਹੇ ਅਪਰਾਧ ਦਾ ਇਲਜ਼ਾਮ ਲਗਾਇਆ ਜਾ ਸਕਦਾ ਹੈ ਜੋ ਉਸ ਸਮੇਂ ਦੀਆਂ ਵਿਧੀਆਂ ਨੂੰ ਨਹੀਂ ਮੰਨਦੇ। ਪੁਸਤਕ ਦਾ ਅੰਤਮ ਭਾਗ ਯਰੂਸ਼ਲਮ ਤੋਂ ਰੋਮ ਤੱਕ ਪੌਲੁਸ ਦੀ ਗਵਾਹੀ ਦੇ ਫੈਲਣ ਵੱਲ ਧਿਆਨ ਕੇਂਦਰਿਤ ਕਰਦਾ ਹੈ। ਉਸ ਦੀ ਅੰਤਮ ਮਿਸ਼ਨਰੀ ਯਾਤਰਾ ਯਰੂਸ਼ਲਮ ਵਿੱਚ ਸਮਾਪਤ ਹੋਈ, ਜਿੱਥੇ ਉਸ ਦੀ ਵਿਵਾਦਪੂਰਨ ਸਾਖ ਉਸ ਤੋਂ ਪਹਿਲਾਂ ਹੀ ਪਹੁੰਚ ਗਈ ਸੀ। ਉਸ ਉੱਤੇ ਯਹੂਦੀ ਲੋਕਾਂ ਦੁਆਰਾ ਹਮਲਾ ਕੀਤਾ ਜਾਂਦਾ ਹੈ ਜੋ ਸੋਚਦੇ ਹਨ ਕਿ ਉਸ ਨੇ ਇਸਰਾਏਲ ਨਾਲ ਧੋਖਾ ਕੀਤਾ ਹੈ। ਇਹ ਸਭ ਰੋਮ ਦੇ ਸਿਪਾਹੀਆਂ ਦਾ ਧਿਆਨ ਖਿੱਚਦਾ ਹੈ ਜੋ ਸੋਚਦੇ ਹਨ ਕਿ ਪੌਲੁਸ ਮਿਸਰ ਤੋਂ ਬਗਾਵਤ ਸ਼ੁਰੂ ਕਰਨ ਵਾਲਾ ਇੱਕ ਡਾਕੂ ਹੈ, ਅਤੇ ਇਸ ਲਈ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇੱਥੋਂ ਪੌਲੁਸ ਤੇ ਮੁਕੱਦਮਾ ਚਲਾਇਆ ਜਾਂਦਾ ਹੈ, ਪਹਿਲਾਂ ਯਰੂਸ਼ਲਮ ਦੀ ਮਹਾਸਭਾ ਦੇ ਯਹੂਦੀ ਆਗੂਆਂ ਦੇ ਸਾਹਮਣੇ ਅਤੇ ਫਿਰ ਕੈਸਰੀਆ ਵਿੱਚ ਰੋਮੀ ਆਗੂਆਂ ਦੇ ਸਾਹਮਣੇ। ਹੁਣ ਇੱਥੇ ਹਾਕਮ ਫੈਲਿਕਸ ਹੈ, ਜਿਸ ਨੇ ਪੌਲੁਸ ਨੂੰ ਅਗਲੀ ਪੇਸ਼ੀ ਲਈ ਹਾਕਮ ਫੇਸਤੁਸ ਕੋਲ ਭੇਜਿਆ, ਜੋ ਆਖਰਕਾਰ ਪੌਲੁਸ ਨੂੰ ਰਾਜਾ ਅਗ੍ਰਿਪਾ ਦੇ ਸਾਹਮਣੇ ਲਿਆਉਂਦਾ ਹੈ। ਉਹ ਕਈ ਸਾਲਾਂ ਲਈ ਜੇਲ੍ਹ ਵਿੱਚ ਬੰਦ ਰਿਹਾ, ਭਾਵੇਂ ਕਿ ਹਰ ਅਜ਼ਮਾਇਸ਼ ਵਿੱਚ ਉਸ ਉੱਤੇ ਦੋਸ਼ ਕਦੇ ਸਾਬਤ ਨਹੀਂ ਹੋਏ, ਕਿਉਂਕਿ ਉਹ ਬਸ ਇਹ ਐਲਾਨ ਕਰ ਰਿਹਾ ਹੈ ਕਿ ਉਸ ਦੇ ਜੀ ਉਠਾਏ ਜਾਣ ਦੀ ਉਮੀਦ ਰਾਜਾ ਯਿਸੂ ਵਿੱਚ ਪੂਰੀ ਹੋ ਗਈ ਹੈ। ਇਹ ਕੋਈ ਜੁਰਮ ਨਹੀਂ ਹੈ, ਪਰ ਇਸ ਸਮੇਂ ਰੋਮੀ ਆਪਣੀ ਕਾਨੂੰਨੀ ਪ੍ਰਥਾ ਨੂੰ ਟਾਲ ਨਹੀਂ ਸਕਦੇ, ਅਤੇ ਇਸ ਲਈ ਪੌਲੁਸ ਨੇ ਰੋਮ ਦੀ ਸਰਵਉੱਚ ਅਦਾਲਤ ਵਿੱਚ ਅਪੀਲ ਕੀਤੀ। ਹੁਣ ਤੁਸੀਂ ਸੋਚੋਗੇ ਕਿ ਜੇਲ੍ਹ ਦਾ ਇਹ ਸਾਰਾ ਸਮਾਂ ਪੌਲੁਸ ਲਈ ਇੱਕ ਵਿਘਨ ਹੋਵੇਗਾ, ਕਿਉਂਕਿ ਉਸ ਦੀ ਦਿਲ ਦੀ ਧੜਕਨ ਹਮੇਸ਼ਾ ਨਵੇਂ ਯਿਸੂ ਭਾਈਚਾਰੇ ਨੂੰ ਸ਼ੁਰੂ ਕਰਦੇ ਰਹਿਣਾ ਹੈ। ਪਰ ਪਵਿੱਤਰ ਆਤਮਾ ਇਸ ਪੁਸਤਕ ਵਿੱਚ ਹਰ ਗੱਲ ਨੂੰ ਭਲਾਈ ਵਿੱਚ ਬਦਲ ਦਿੰਦਾ ਹੈ। ਕੈਦ ਨੇ ਪੌਲੁਸ ਨੂੰ ਉਸ ਦੇ ਸਭ ਤੋਂ ਮਹੱਤਵਪੂਰਨ ਰਸੂਲੀ ਪੱਤਰੀਆਂ ਲਿਖਣ ਦਾ ਸਮਾਂ ਦਿੱਤਾ, ਅਤੇ ਇਹ ਮਿਸ਼ਨਰੀ ਵਿਰਾਸਤ ਉਸ ਦੀ ਮੌਤ ਤੋਂ ਲੰਮੇ ਸਮੇਂ ਬਾਅਦ ਚੱਲਦੀ ਰਹਿੰਦੀ ਹੈ। ਫਲਸਰੂਪ ਪੌਲੁਸ ਨੂੰ ਇੱਕ ਕੈਦੀ ਦੇ ਤੌਰ ਤੇ ਰੋਮ ਨੂੰ ਭੇਜਿਆ ਗਿਆ, ਅਤੇ ਭੂਮੱਧ ਸਾਗਰ ਵਿੱਚ ਜਹਾਜ਼ ਦੀ ਘਟਨਾ ਦੀ ਭਿਆਨਕ ਘਟਨਾ ਤੋਂ ਬਾਅਦ ਜੋ ਮੌਤ ਦੇ ਕਰੀਬੀ ਮਾਮਲਾ ਸੀ, ਪੌਲੁਸ ਰੋਮ ਵਿੱਚ ਨਜ਼ਰਬੰਦ ਹੋ ਜਾਂਦਾ ਹੈ ਅਤੇ ਮੁਕੱਦਮੇ ਦੀ ਉਡੀਕ ਕਰ ਰਿਹਾ ਹੈ। ਉਹ ਇੱਕ ਚੰਗੇ ਘਰ ਵਿੱਚ ਯਹੂਦੀਆਂ ਅਤੇ ਗੈਰ ਯਹੂਦੀਆਂ ਲਈ ਸਭਾਵਾਂ ਆਯੋਜਨ ਕਰਦਾ ਹੈ, ਅਤੇ ਪੁਸਤਕ ਦੇ ਅੰਤਮ ਸ਼ਬਦ ਇਸ ਬਾਰੇ ਹਨ ਕਿ ਕਿਵੇਂ ਪੌਲੁਸ ਰੋਮ ਵਿੱਚ ਕੈਸਰ ਦੀ ਨੱਕ ਦੇ ਬਿਲਕੁਲ ਹੇਠਾਂ ਬਿਨਾਂ ਰੋਕ-ਟੋਕ ਅਤਿ ਦਲੇਰੀ ਨਾਲ ਪਰਮੇਸ਼ਵਰ ਦੇ ਰਾਜ ਦਾ ਪ੍ਰਚਾਰ ਕਰਦਾ ਅਤੇ ਪ੍ਰਭੂ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦਿੰਦਾ ਰਿਹਾ। ਲੂਕਾ ਰਸੂਲਾਂ ਦੇ ਕਰਤੱਵ ਦਾ ਸੰਯੁਕਤ ਕਾਰਜ ਸਾਨੂੰ ਯਿਸੂ ਦੇ ਅਤੇ ਮੁੱਢਲੀ ਕਲੀਸਿਆ ਦੇ ਇਤਿਹਾਸ ਦੀ ਜਾਣਕਾਰੀ ਦੇਣ ਨਾਲੋਂ ਬਹੁਤ ਕੁਝ ਵਧੇਰੇ ਕਰਦਾ ਹੈ। ਉਹ ਇਹ ਦਰਸਾ ਰਿਹਾ ਹੈ ਕਿ ਕਿਵੇਂ ਯਿਸੂ ਦੀ ਜ਼ਿੰਦਗੀ, ਮੌਤ ਅਤੇ ਜੀ ਉਠਾਏ ਜਾਣ ਦੁਆਰਾ ਅਤੇ ਪਰਮੇਸ਼ਵਰ ਦਾ ਰਾਜ ਧਰਤੀ ਉੱਤੇ ਆਇਆ ਜਿਵੇਂ ਸਵਰਗ ਵਿੱਚ ਹੈ, ਅਤੇ ਉਸ ਦੀ ਆਤਮਾ ਦੁਆਰਾ ਕਲੀਸਿਆ ਨੂੰ ਯਰੂਸ਼ਲਮ ਤੋਂ ਧਰਤੀ ਦੇ ਅੰਤ ਤੱਕ ਗਵਾਹੀ ਦੇਣ ਲਈ ਸ਼ਕਤੀ ਦਿੱਤੀ ਗਈ। ਅਤੇ ਜਿਵੇਂ ਕਿ ਲੂਕਾ ਨੇ ਕਹਾਣੀ ਦੱਸੀ ਹੈ, ਉਸ ਨੇ ਸਾਨੂੰ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਹਨ ਕਿ ਰਾਜਾ ਯਿਸੂ ਦੇ ਪ੍ਰਤੀ ਵਫਾਦਾਰੀ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ। ਇਹ ਜੀ ਉੱਠੇ ਰਾਜਾ ਯਿਸੂ ਦੀ ਖੁਸ਼ਖਬਰੀ ਦਾ ਕਰਨੀ ਅਤੇ ਕਥਨੀ ਦੁਆਰਾ ਪ੍ਰਚਾਰ ਕਰਨਾ ਹੈ। ਇਸ ਦਾ ਅਰਥ ਹੈ ਵਿਭਿੰਨ ਯਿਸੂ ਸਮੂਹਾਂ ਦਾ ਗਠਨ ਕਰਨਾ, ਜਿੱਥੇ ਹਰ ਕਿਸਮ ਦੇ ਲੋਕ ਇਕੱਠੇ ਹੁੰਦੇ ਹਨ, ਜਿੱਥੇ ਉਹਨਾਂ ਨਾਲ ਇੱਕੋ ਜਿਹਾ ਵਰਤਾਓ ਕੀਤਾ ਜਾਂਦਾ ਹੈ ਅਤੇ ਰਾਜਾ ਯਿਸੂ ਦੀ ਵਫਾਦਾਰੀ ਦਿੰਦੇ ਹਨ ਅਤੇ ਉਸ ਦੀਆਂ ਸਿੱਖਿਆਵਾਂ ਅਨੁਸਾਰ ਜਿਉਂਦੇ ਹਨ। ਅਤੇ ਸਭ ਪਵਿੱਤਰ ਆਤਮਾ ਦੀ ਸ਼ਕਤੀ ਅਤੇ ਅਗਵਾਈ ਵਿੱਚ ਭਰੋਸਾ ਕਰਨ ਦੁਆਰਾ ਅੱਗੇ ਵਧਣ ਦੇ ਲਈ ਕੀਤਾ ਗਿਆ ਹੈ। ਇਹੀ ਸਭ ਰਸੂਲਾਂ ਦੇ ਕਰਤੱਵ ਦੀ ਪੁਸਤਕ ਦੇ ਬਾਰੇ ਹੈ।